ਸਤਿਕਾਰਯੋਗ ਸਾਥੀਓ, ਜੈ ਭੀਮ ਜੈ ਭਾਰਤ ਜੀ। ਮੈਂ ਰਣਬੀਰ ਬੱਬਰ ਸਦਰਪੁਰੀ, ਹਲਕਾ ਇੰਚਾਰਜ ਬਹੁਜਨ ਸਮਾਜ ਪਾਰਟੀ ਗੜ੍ਹਸ਼ੰਕਰ, ਜ਼ਿਲ੍ਹਾ ਆਰਗੇਨਾਈਜ਼ਰ ਸਕੱਤਰ ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ। ਸੋ ਅੱਜ ਮੋਦੀ ਜੀ ਦੇ ਸੰਸਦ ਵਿੱਚ ਇੱਕ ਭਾਸ਼ਣ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਤੋ ਇਸ ਸੰਬੰਧ ਦੇ ਵਿੱਚ ਜੋ ਕੁਛ ਮੋਦੀ ਜੀ ਨੇ ਸੰਸਦ ਦੇ ਵਿੱਚ ਬੋਲਿਆ ਹੈ, ਉਸ ਦੀ ਜਿਹੜੀ ਵੀਡੀਓ ਮੈਂ ਆਪ ਜੀ ਨੂੰ ਦਿਖਾਉਣੀ ਚਾਹੁੰਦਾ ਹਾਂ, ਫਿਰ ਅਗਲੀ ਗੱਲ ਕਰਾਂਗੇ। मैं किसी भी आरक्षण को पसंद नहीं करता और खासकर नौकरी में आरक्षण तो कतई नहीं। मैं ऐसे किसी भी कदम के खिलाफ हूं जो अकुशलता को बढ़ावा दे, जो दोयम दर्जे की तरफ ले जाए, और तब जाकर के मैं कहता हूं ये जन्मजात इसके विरोधी है। एससी, एसटी, ओबीसी को नौकरियों में आरक्षण मिला तो सरकारी काम का स्तर गिर जाएगा। ਸੋ ਸਤਿਕਾਰਯੋਗ ਸਾਥੀਓ, ਇਹ ਜੋ ਮੈਂ ਮੋਦੀ ਜੀ ਦੀ ਵੀਡੀਓ ਦਿਖਾਈ ਹੈ, ਇਹਨਾਂ ਦੇ ਜੋ ਬੋਲੇ ਗਏ ਸ਼ਬਦ ਹਨ, ਜੋ ਇਹਨਾਂ ਨੇ ਸੰਸਦ ਦੇ ਵਿੱਚ ਆਪਣੇ ਵਿਚਾਰ ਰੱਖੇ ਹਨ, ਉਹਨਾਂ ਵਿਚਾਰਾਂ ਨੂੰ ਮੈਂ ਬਲੈਕ ਬੋਰਡ 'ਤੇ ਵੀ ਲਿਖਿਆ ਹੈ ਅਤੇ ਬਲੈਕ ਬੋਰਡ ਤੋਂ ਵੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਵੀਡੀਓ ਦੇ ਸ਼ਬਦ ਜਿਹੜੇ ਹੈ ਉਹ ਥੋੜ੍ਹੇ ਸਮੇਂ ਲਈ ਇਨਸਾਨ ਸੁਣਦਾ ਹੈ ਅਤੇ ਉਹ ਯਾਦ ਨਹੀਂ ਰਹਿੰਦੇ। ਤਾਂ ਮੈਂ ਇਹਨਾਂ ਦੇ ਭਾਸ਼ਣ ਦੀਆਂ ਲਾਈਨਾਂ ਜਿਹੜੀਆਂ ਹੈਗੀਆਂ ਉਹ ਬੋਰਡ ਦੇ ਉੱਤੇ ਲਿਖੀਆਂ ਹਨ, ਇਹਨਾਂ ਨੂੰ ਵੀ ਪੜ੍ਹ ਕੇ ਸੁਣਾਉਣਾ ਹਾਂ, ਤਾਂ ਕਿ ਤੁਹਾਡੇ ਦਿਲੋਂ ਦਿਮਾਗ ਦੇ ਵਿੱਚ ਮੋਦੀ ਸਾਹਿਬ ਦੀ ਕਹੀ ਹੋਈ ਗੱਲ याद रहे। मैं किसी आरक्षण को पसंद नहीं करता। मैं किसी आरक्षण को पसंद नहीं करता, खासकर नौकरी में तो कतई नहीं। मैं ऐसे किसी भी कदम के खिलाफ हूँ जो अकुशलता को बढ़ावा दे, जो दोयम दर्जे की तरफ ले जाए, तो तब जा कर के मैं कहता हूँ कि जन्मजात इसके विरोधी है। एससी, एसटी, ओबीसी को आरक्षण मिला तो सरकारी कामकाज का स्तर गिर जाएगा। ये मोदी जी का संसद ਦੇ ਵਿੱਚ ਭਾਸ਼ਣ ਹੈ। ਸੋ ਇਹ ਜਿਹੜੀ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਢਿੱਡ ਪੀੜ ਹੋਈ ਆ, ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਸਾਫ਼ ਅਤੇ ਸਪਸ਼ਟ ਹੈ ਕਿ ਅੱਜ ਝੌਂਪੜੀ ਵਿੱਚ ਰਹਿੰਦੇ ਮਜ਼ਦੂਰ ਦਾ ਬੇਟਾ ਜਾਂ ਬੇਟੀ IAS ਅਫਸਰ ਬਣ ਰਹੇ ਹਨ, PCS ਅਫਸਰ ਬਣ ਰਹੇ ਹਨ, ICS ਅਫਸਰ ਬਣ ਰਹੇ ਹਨ, IPS ਅਫਸਰ ਬਣ ਰਹੇ ਹਨ। ਇਸ ਕਰਕੇ ਇਹਨਾਂ ਦੇ ਇਹ ਢਿੱਡ ਪੀੜ ਹੁੰਦੀ ਹੈ ਕਿ ਇਹ ਸਾਰੇ ਦੇ ਸਾਰੇ ਮੌਕੇ ਜਿਹੜੇ ਮਿਲੇ ਹਨ ਉਹ ਇਹਨਾਂ ਲੋਕਾਂ ਨੂੰ, ਅਨੁਸੂਚਿਤ ਜਾਤੀ, ST, OBC ਨੂੰ ਜਿਹੜੇ ਇਹ ਮੌਕੇ ਮਿਲੇ ਹਨ ਉਹ ਸਿਰਫ ਅਤੇ ਸਿਰਫ
ਰਿਜ਼ਰਵੇਸ਼ਨ ਕਰਕੇ ਹੀ ਮਿਲੇ ਹਨ। ਤੋ ਰਿਜ਼ਰਵੇਸ਼ਨ ਜਿਹੜੀ ਹੈ ਉਹਦੇ ਸੰਬੰਧ ਵਿੱਚ ਇਹਨਾਂ ਲੋਕਾਂ ਦੀ, ਉੱਚ ਜਾਤੀ ਲੋਕਾਂ ਦੀ, ਜਾਂ ਇਹ ਮੋਦੀ ਜੀ ਤਾਂ ਆਪ OBC ਹਨ, ਇਹਨਾਂ ਦੀ ਜਿਹੜੀ ਮਾਨਸਿਕਤਾ ਹੈ ਇਹ ਅੱਜ ਤੱਕ ਉਹੀ ਹੈ ਜਿਹੜੀ ਮਾਨਸਿਕਤਾ 5000 ਸਾਲ ਪਹਿਲਾਂ ਸੀ। ਸੰਵਿਧਾਨ ਲਾਗੂ ਹੋਣ ਤੋਂ ਬਾਅਦ ਸੰਵਿਧਾਨ ਦੇ ਵਿੱਚ ਅਜਿਹੀ ਮਾਨਸਿਕਤਾ ਨੂੰ ਖਤਮ ਕੀਤਾ ਗਿਆ ਹੈ। ਪੁਰਾਣੀਆਂ ਪਰੰਪਰਾਵਾਂ, ਰੀਤੀਆਂ, ਰਿਵਾਜ, ਪੁਰਾਣੇ ਗ੍ਰੰਥ, ਪੁਰਾਣੀ ਮਾਨਸਿਕਤਾ ਵਾਲੇ ਗ੍ਰੰਥਾਂ ਨੂੰ ਖਤਮ ਕੀਤਾ ਗਿਆ ਹੈ ਕਿ ਜੋ ਸਮਾਜ ਦੇ ਵਿੱਚ ਬਦਅਮਨੀ ਫੈਲਾਉਂਦੇ ਹਨ, ਉਹ ਜਦੋਂ ਤੋਂ ਸੰਵਿਧਾਨ ਲਾਗੂ ਹੋਵੇਗਾ ਉਦੋਂ ਤੋਂ ਉਹ ਖਤਮ ਸਮਝੇ ਜਾਣਗੇ। ਸੋ ਇਹ ਚਾਹੇ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਭਾਜਪਾ ਦੀ ਸਰਕਾਰ ਹੋਵੇ, ਚਾਹੇ ਕਿਸੇ ਹੋਰ ਦੀ ਸਰਕਾਰ ਹੋਵੇ, ਤਾਂ ਜਿਹੜੇ ਉੱਚ ਜਾਤੀ ਲੋਕ ਜਦੋਂ ਸ਼ਾਸਨ 'ਤੇ ਕਾਬਜ਼ ਹੁੰਦੇ ਹਨ, ਉਹਨਾਂ ਦੀ ਇਹੀ ਮਾਨਸਿਕਤਾ ਹੁੰਦੀ ਹੈ ਕਿ SC ST ਅਤੇ OBC ਜਿਹੜੇ ਹਨ ਇਹ ਵਰਗ ਉੱਥੇ ਦੇ ਉੱਥੇ ਹੀ ਰਹਿਣੇ ਚਾਹੀਦੇ ਹਨ। ਪਿਛਲੇ ਸਮਿਆਂ ਦੇ ਵਿੱਚ ਕੁਝ ਮੈਂ ਜਿਹੜੀਆਂ ਵਿਰੋਧੀ ਧਿਰ ਵੱਲੋਂ, ਉੱਚ ਜਾਤੀਆਂ ਵੱਲੋਂ ਰਿਜ਼ਰਵੇਸ਼ਨ ਦੇ ਖਿਲਾਫ ਗੱਲਾਂ ਕੀਤੀਆਂ ਗਈਆਂ, ਜਿਨ੍ਹਾਂ ਦੇ ਬਾਰੇ ਦੇ ਵਿੱਚ SL ਵਿਰਦੀ ਜੀ ਨੇ ਬੜੇ ਸਪਸ਼ਟ ਰੂਪ ਦੇ ਵਿੱਚ ਆਪਣੇ ਜਵਾਬ ਦਿੱਤੇ ਹਨ। ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਇਹ ਕਹਿਣਾ ਸੀ ਕਿ ਰਿਜ਼ਰਵੇਸ਼ਨ ਦੇ ਨਾਲ ਦੇਸ਼ ਟੁੱਟ ਜਾਵੇਗਾ। ਸੋ ਸਤਿਕਾਰਯੋਗ ਸਾਥੀਓ, ਇਹ ਜਿਹੜੀ ਗੱਲ ਹੈ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਤਾਂ ਉਦੋਂ ਇਹ ਜਿਹੜੀ ਵੰਡ ਹੈ ਕੀ ਇਹ ਰਿਜ਼ਰਵੇਸ਼ਨ ਕਰਕੇ ਹੋਈ? ਇਸ ਵੰਡ ਦੇ ਵਿੱਚ 1 ਕਰੋੜ 30 ਲੱਖ ਲੋਕ ਜਿਹੜੇ ਹਨ ਉਹ ਮੌਤ ਦੇ ਘਾਟ ਉਤਾਰ ਦਿੱਤੇ ਗਏ। 1 ਲੱਖ ਤੋਂ ਵੱਧ ਨੌਜਵਾਨ ਕੁੜੀਆਂ ਜਿਹੜੀਆਂ ਹਨ ਉਹਨਾਂ ਨੂੰ ਉਠਾਇਆ ਗਿਆ ਹੈ, ਚੁੱਕਿਆ ਗਿਆ ਹੈ ਅਤੇ ਵੇਚਿਆ ਗਿਆ ਹੈ। ਕਿਆ ਇਹ ਰਿਜ਼ਰਵੇਸ਼ਨ ਦੇ ਕਰਕੇ ਹੋਇਆ? ਜਾਂ ਜਿੰਨੇ ਵੀ ਅੰਦੋਲਨ ਚੱਲੇ ਹਨ ਦੇਸ਼ ਦੇ ਅੰਦਰ, ਚਾਹੇ ਉਹ ਗੋਰਖਾਲੈਂਡ ਦਾ ਅੰਦੋਲਨ ਹੋਵੇ, ਚਾਹੇ ਉਹ ਨਾਗਾਲੈਂਡ ਦਾ ਅੰਦੋਲਨ ਹੋਵੇ, ਚਾਹੇ ਉਹ ਖਾਲਿਸਤਾਨ ਦਾ ਅੰਦੋਲਨ ਹੋਵੇ, ਕੀ ਉਹ ਰਿਜ਼ਰਵੇਸ਼ਨ ਕਰਕੇ ਸਾਰੇ ਉੱਥੇ ਹਨ? ਕੀ ਰਿਜ਼ਰਵੇਸ਼ਨ ਕਰਕੇ ਇਹ ਅੰਦੋਲਨ ਜਿਹੜੇ ਚੱਲੇ ਹਨ? ਸੋ ਇਸ ਤੋਂ ਬਾਅਦ ਇਹਨਾਂ ਦੀ ਜਿਹੜੀ ਦੂਜੀ ਧਾਰਨਾ ਹੈ, ਉੱਚ ਜਾਤੀ ਮਾਨਸਿਕਤਾ ਵਾਲਿਆਂ ਦੀ ਜਿਹੜੀ ਦੂਜੀ ਧਾਰਨਾ ਹੈ ਕਿ ਇਹਦੇ ਨਾਲ ਸਮਾਜ ਜਿਹੜਾ ਹੈ, ਰਿਜ਼ਰਵੇਸ਼ਨ ਦੇ ਨਾਲ ਸਮਾਜ ਜਿਹੜਾ ਹੈ ਉਹ ਵੰਡ ਹੋ ਜਾਵੇਗਾ। ਤਾਂ ਮੈਂ ਇਸ ਪੁਆਇੰਟ ਦਾ ਜਵਾਬ ਦਿੰਦਾ ਹਾਂ, ਇਸ ਪੁਆਇੰਟ ਦੇ ਸੰਬੰਧ ਦੇ ਵਿੱਚ ਕਲੀਅਰ ਕਰਦਾ ਹਾਂ ਜਾਂ ਇਹਨਾਂ ਨੂੰ ਪੁੱਛਦਾ ਹਾਂ ਕਿ ਸਮਾਜ ਤਾਂ ਆਲਰੇਡੀ ਤੁਸੀਂ ਬ੍ਰਾਹਮਣਵਾਦੀ ਸਿਸਟਮ ਲਾਗੂ ਕਰਕੇ ਪਹਿਲਾਂ ਹੀ ਵੰਡ ਦਿੱਤਾ ਹੈ, ਆਲਰੇਡੀ ਹੀ ਵੰਡ ਹੋ ਚੁੱਕਾ ਹੈ, ਕਿਉਂਕਿ ਬ੍ਰਾਹਮਣਵਾਦੀ ਵਿਵਸਥਾ ਲਾਗੂ ਕਰਕੇ ਤੁਸੀਂ ਲੋਕਾਂ ਨੇ ਸਮਾਜ ਨੂੰ ਨਕਲੀ ਤੌਰ 'ਤੇ 4 ਭਾਗਾਂ ਦੇ ਵਿੱਚ ਵੰਡ ਦਿੱਤਾ ਅਤੇ ਸਭ ਤੋਂ ਉੱਪਰ ਜਿਹੜਾ ਭਾਗ ਹੈ ਜਾਂ ਜਿਹੜਾ ਵਰਗ ਹੈ ਉਹ ਬ੍ਰਾਹਮਣ ਵਰਗ ਤੁਸੀਂ ਉੱਪਰ ਰੱਖਿਆ ਹੈ। ਦੂਜਾ ਤੁਸੀਂ ਦੂਜੇ ਨੰਬਰ 'ਤੇ ਤੁਸੀਂ ਕਸ਼ੱਤਰੀ ਨੂੰ ਰੱਖਿਆ ਹੈ। ਤੀਜੇ ਨੰਬਰ 'ਤੇ ਤੁਸੀਂ ਸ਼ੂਦ ਨੂੰ ਵੈਸ਼ ਨੂੰ ਰੱਖਿਆ ਹੈ। ਚੌਥੇ ਨੰਬਰ 'ਤੇ ਤੁਸੀਂ ਸ਼ੂਦਰ ਨੂੰ ਰੱਖਿਆ ਹੈ। ਅਤੇ ਸਮਾਜ ਦੀ ਨਕਲੀ ਵੰਡ ਤਾਂ ਤੁਸੀਂ ਪਹਿਲਾਂ ਹੀ ਕਰ ਦਿੱਤੀ ਹੈ ਔਰ ਸਮਾਜ ਦੇ ਵਿੱਚ ਇਹਨਾਂ ਵਰਗਾਂ ਨੂੰ ਵੱਖ-ਵੱਖ ਅਧਿਕਾਰ ਦਿੱਤੇ। ਪੜ੍ਹਨ ਪੜ੍ਹਾਉਣ ਦਾ, ਜੱਗ ਕਰਨ ਦਾ, ਕਰਾਉਣ ਦਾ, ਦਾਨ ਲੈਣ ਦਾ ਅਧਿਕਾਰ ਜਿਹੜਾ ਤੁਸੀਂ ਉਹ ਬ੍ਰਾਹਮਣ ਨੂੰ ਦਿੱਤਾ ਹੈ। ਕਸ਼ੱਤਰੀ ਨੂੰ ਤੁਸੀਂ ਹਥਿਆਰ ਰੱਖਣ ਦਾ ਅਧਿਕਾਰ ਦਿੱਤਾ ਹੈ ਤਾਂ ਕਿ ਤੁਹਾਡੀ ਸੁਰੱਖਿਆ ਕਰ ਸਕੇ, ਅਤੇ ਵੈਸ਼ ਨੂੰ ਤੁਸੀਂ ਵਪਾਰ ਕਰਨ ਦਾ ਅਧਿਕਾਰ ਦਿੱਤਾ ਹੈ ਤਾਂ ਕਿ ਉਹ ਵਪਾਰ ਕਰਕੇ ਪ੍ਰਫੁੱਲਤ ਹੋ ਸਕੇ। ਅਤੇ ਸ਼ੂਦਰ ਨੂੰ ਤੁਸੀਂ ਕੀ ਦਿੱਤਾ ਹੈ?
ਆਪਣੇ ਗ੍ਰੰਥ ਪੜ੍ਹੋ, ਮਨੁ ਸਿਮਰਤੀ ਪੜ੍ਹੋ, ਅਤੇ ਸ਼ੂਦਰ ਨੂੰ ਤੁਸੀਂ ਸਿਰਫ ਸੇਵਾ ਹੀ ਬਖਸ਼ੀ ਹੈ। ਸੋ ਸਮਾਜ ਜਿਹੜਾ ਹੈ ਉਹ ਰਿਜ਼ਰਵੇਸ਼ਨ ਦੇ ਨਾਲ ਨਹੀਂ ਵੰਡ ਹੁੰਦਾ, ਉਹ ਰਿਜ਼ਰਵੇਸ਼ਨ ਦੇ ਨਾਲ ਨਹੀਂ ਵੰਡ ਹੋਇਆ। ਸਮਾਜ ਤਾਂ ਤੁਸੀਂ ਆਲਰੇਡੀ ਪਹਿਲੋਂ ਹੀ ਵਰਨ ਵਿਵਸਥਾ ਦੁਆਰਾ ਵੰਡ ਦਿੱਤਾ ਹੈ। ਤੀਜਾ ਜਿਹੜਾ ਤੁਹਾਡਾ ਜੋ ਸਵਾਲ ਹੈ ਉਹ ਇਹ ਹੈ ਵੀ ਇਹਦੇ ਨਾਲ ਇੱਕ ਵੱਖਰਾ ਵਰਗ ਜਿਹੜਾ ਆ ਉਹ ਤਿਆਰ ਹੋ ਰਿਹਾ ਹੈ, ਕਿਉਂਕਿ ਜਿਸ ਵਰਗ ਨੂੰ ਰਿਜ਼ਰਵੇਸ਼ਨ ਦੀ ਸਹੂਲਤ ਮਿਲੀ, ਜਿਸ ਪਰਿਵਾਰ ਨੂੰ ਰਿਜ਼ਰਵੇਸ਼ਨ ਦੀ ਸਹੂਲਤ ਮਿਲੀ, ਉਹਦਾ ਜਿਹੜਾ ਟੱਬਰ ਆ, ਉਹਦਾ ਪਰਿਵਾਰ ਗਾਹਾਂ ਤੋਂ ਗਾਹਾਂ ਜਿਹੜੀ ਆ ਰਿਜ਼ਰਵੇਸ਼ਨ ਲਈ ਜਾਂਦਾ। ਸੋ ਇਸ ਦੇ ਸੰਬੰਧ ਦੇ ਵਿੱਚ ਮੈਂ ਦਲੀਲ ਦੇਣੀ ਚਾਹੁੰਦਾ ਹਾਂ ਕਿ ਜਿਹੜੇ ਲੋਕ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਦਾ ਉਦਯੋਗ 'ਤੇ ਕਬਜ਼ਾ ਸੀ, ਜਿਨ੍ਹਾਂ ਕੋਲ ਫੈਕਟਰੀਆਂ ਸਨ, ਜਿਨ੍ਹਾਂ ਕੋਲ ਜ਼ਮੀਨ ਸੀ, ਜਾਇਦਾਦ ਸੀ, ਵਧੇਰੇ ਸੰਪਤੀ ਸੀ, ਅਤੇ ਉਹਨਾਂ ਨੂੰ ਜਿਹੜੀ ਰਿਜ਼ਰਵੇਸ਼ਨ ਜਿਹੜੀ ਦਿੱਤੀ 1950 ਤੋਂ ਪਹਿਲਾਂ ਉਹਨਾਂ ਕੋਲ ਜਿਹੜੀ ਰਿਜ਼ਰਵੇਸ਼ਨ ਸੀ, ਤਾਂ ਉਸ ਸੰਬੰਧ ਦੇ ਵਿੱਚ ਸੋਚ ਕੇ ਦੇਖੋ ਵੀ ਤੁਸੀਂ ਵੀ ਤਾਂ ਇੱਕ ਵੱਖਰਾ ਵਰਗ ਜਿਹੜਾ ਹੈ, ਸ਼ਕਤੀਸ਼ਾਲੀ ਹੁੰਦੇ ਹੋਏ ਇੱਕ ਨਵਾਂ ਵਰਗ ਜਿਹੜਾ ਹੈ ਉਹ ਪੈਦਾ ਕਰੀ ਜਾ ਰਹੇ ਹੋ। ਅਤੇ ਰਿਜ਼ਰਵੇਸ਼ਨ ਜਿਹੜੀ ਹੈ ਇਸ ਪੁਆਇੰਟ ਦੇ ਉੱਤੇ ਵੀ ਜਿਹੜੀ ਹੈ ਮਤਲਬ ਤੁਹਾਡੇ ਸਵਾਲ ਦਾ ਜਵਾਬ ਹੈ। ਸੋ ਆਪ ਇਹ ਵੀ ਗੱਲ ਕਹਿੰਦੇ ਹੋ ਕਿ ਜਿਹੜੀ ਰਿਜ਼ਰਵੇਸ਼ਨ ਹੈ ਉਹ ਜਾਤ ਪਾਤ ਨੂੰ ਬੜਾਵਾ ਦਿੰਦੀ ਹੈ। ਸੋ ਇਸ ਸੰਬੰਧ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਾਤ ਪਾਤ ਨੂੰ ਬੜਾਵਾ ਰਿਜ਼ਰਵੇਸ਼ਨ ਨੇ ਨਹੀਂ ਦਿੱਤਾ ਹੈ। ਜਾਤ ਪਾਤ ਨੂੰ ਬੜਾਵਾ ਤੁਹਾਡੇ ਧਾਰਮਿਕ ਗ੍ਰੰਥਾਂ ਨੇ ਦਿੱਤਾ ਹੈ, ਵੇਦਾਂ ਨੇ ਦਿੱਤਾ ਹੈ, ਸਿਮਰਤੀਆਂ ਨੇ ਦਿੱਤਾ ਹੈ, ਪੁਰਾਣਾਂ ਨੇ ਦਿੱਤਾ ਹੈ, ਕਿਉਂਕਿ ਤੁਹਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਜਾਤ ਪਾਤ ਦੇ ਸੰਬੰਧ ਦੇ ਵਿੱਚ ਬਾਖੂਬੀ ਲਿਖਿਆ ਗਿਆ ਹੈ। ਔਰ ਜਾਤ ਪਾਤ ਤੋਂ ਪਹਿਲਾਂ ਵਰਣ ਵਿਵਸਥਾ ਤੁਸੀਂ ਪੈਦਾ ਕੀਤੀ, ਉਹ ਧਾਰਮਿਕ ਹੁਕਮ ਦੇ ਕੇ ਹੀ, ਧਾਰਮਿਕ ਗ੍ਰੰਥਾਂ ਦੇ ਵਿੱਚੋਂ ਹੀ ਉਪਜੀ ਹੈ, ਅਤੇ ਉਹ ਤੋਂ ਬਾਅਦ ਜਾਤ ਪਾਤ ਪੈਦਾ ਹੋਈ ਹੈ। ਸੋ ਰਿਜ਼ਰਵੇਸ਼ਨ ਜਾਤ ਪਾਤ ਪੈਦਾ ਨਹੀਂ ਕਰਦੀ ਹੈ। ਸੋ ਇਸ ਦੇ ਨਾਲ ਹੀ ਵਿਰੋਧੀ ਇਹ ਵੀ ਕਹਿੰਦੇ ਹਨ ਕਿ ਰਿਜ਼ਰਵੇਸ਼ਨ ਜਮਾਤੀ ਹੋਣੀ ਚਾਹੀਦੀ ਹੈ, ਜਾਤੀ ਨਹੀਂ ਹੋਣੀ ਚਾਹੀਦੀ। ਸੋ ਜਮਾਤੀ ਵਾਲੀ ਜਿਹੜੀ ਗੱਲ ਹੈ ਇਹ ਕੋਈ ਆਰਥਿਕਤਾ ਦੇ ਕਹਿਣ ਤੋਂ ਪਾਪੀ ਜਿਹੜੀ ਰਿਜ਼ਰਵੇਸ਼ਨ ਹੈ ਉਹ ਆਰਥਿਕਤਾ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ, ਅਤੇ ਆਰਥਿਕ ਆਧਾਰ ਕੋਈ ਨਹੀਂ ਹੈ। ਅੱਜ ਤੁਸੀਂ ਦੇਖਦੇ ਹੋਵੋਗੇ ਕਿ ਜਿਹੜੇ ਲੋਕ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਹਨ ਉਹਨਾਂ ਨੇ ਵੀ ਲੋ ਇਨਕਮ ਸ਼ੋ ਕਰਕੇ ਘੱਟ ਇਨਕਮ ਦਾ ਜਿਹੜਾ ਸਰਟੀਫਿਕੇਟ ਲੈ ਕੇ ਉਹ ਅੱਜ ਕੱਲ੍ਹ ਪੀਲੇ ਕਾਰਡ ਬਣਾਈ ਫਿਰਦੀ ਹੈ, ਨੀਲੇ ਕਾਰਡ ਬਣਾਈ ਫਿਰਦੀ ਹੈ, ਮਨਰੇਗਾ ਦੇ ਜਿਹੜੇ ਕਾਰਡ ਬਣਾਈ ਫਿਰਦੀ ਹੈ। ਸੋ ਵਿਰੋਧੀ ਇਹ ਗੱਲ ਸਵੀਕਾਰ ਨਹੀਂ ਕਰਦੇ ਕਿ ਇਹ ਸਾਰਾ ਕੁਛ ਜਿਹੜਾ ਹੈ ਉਹ ਜਾਤ ਕਰਕੇ ਹੋ ਰਿਹਾ ਹੈ। ਸੋ ਜਿਹੜਾ ਇਸ ਗੱਲ ਨੂੰ ਭੁਲਾਇਆ ਨਹੀਂ ਜਾ ਸਕਦਾ ਕਿ ਜਾਤ ਭਾਰਤ ਦੀ ਇੱਕ ਸੱਚਾਈ ਹੈ, ਯਥਾਰਥ ਹੈ। ਇਸ ਨੂੰ ਭੁੱਲਿਆ ਨਹੀਂ ਜਾਣਾ ਚਾਹੀਦਾ। ਇਨਸਾਨ ਸਵੇਰ ਤੋਂ ਲੈ ਕੇ ਜਨਮ ਤੋਂ ਲੈ ਕੇ ਮਰਨ ਤੱਕ ਜਿਹੜਾ ਹੈ ਉਹ ਜਾਤ ਪਾਤ ਦੇ ਘੇਰੇ ਦੇ ਵਿੱਚ ਹੀ ਫਿਰਦਾ ਰਹਿੰਦਾ ਹੈ। ਅਤੇ ਜਦੋਂ ਆਪ ਸੰਪਤੀ ਦੇ ਮਾਲਕ ਹੋ, ਜਾਇਦਾਦਾਂ ਦੇ ਮਾਲਕ ਹੋ, ਉਦਯੋਗ ਦੇ ਮਾਲਕ ਹੋ, ਤਾਂ ਕੀ ਇਹ ਇੱਕ ਕਿਸਮ ਦੀ ਰਿਜ਼ਰਵੇਸ਼ਨ ਨਹੀਂ? ਇਹ ਕੀ ਸਵਰਨਾਂ ਨੂੰ ਹੀ ਅਧਿਕਾਰ ਹੈ ਸਾਰੀ ਪ੍ਰਾਪਰਟੀ ਦਾ? ਕੀ ਸਵਰਨਾਂ ਨੂੰ ਹੀ ਉਦਯੋਗ ਦਾ ਅਧਿਕਾਰ ਹੈ? ਕੀ ਸਵਰਨਾਂ ਨੂੰ ਹੀ ਮਤਲਬ ਵਪਾਰ ਕਰਨ ਦਾ ਅਧਿਕਾਰ ਹੈ? ਕੀ ਸਵਰਨਾਂ ਨੂੰ ਹੀ ਬੜੀਆਂ ਯੂਨੀਵਰਸਿਟੀਆਂ 'ਚ ਪੜ੍ਹਨ ਦਾ ਅਧਿਕਾਰ? ਕੀ ਇਹ ਜੱਦੀ ਰਿਜ਼ਰਵੇਸ਼ਨ ਨਹੀਂ ਹੈ ਜਿਹੜੀ ਤੁਹਾਡੇ ਕੋਲ ਹੈ? ਇਹ ਜਿੰਨੀ ਸੰਪਤੀ ਹੈ ਆਪ ਜੀ ਪਾਸ, ਕੀ ਇਹ ਤੁਹਾਡੀ ਰਿਜ਼ਰਵੇਸ਼ਨ ਨਹੀਂ ਹੈ? ਸੋ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਇੱਕ ਇਸ ਮਤਲਬ ਜਿਸ
ਇਨਸਾਨ ਨੂੰ ਰਿਜ਼ਰਵੇਸ਼ਨ ਜਿਹੜੀ ਹੈ ਮਿਲਣੀ ਚਾਹੀਦੀ ਹੈ ਉਹਨੂੰ ਮਿਲਦੀ ਨਹੀਂ ਹੈ, ਅਤੇ ਦੂਜੇ ਲੋਕ ਫਾਇਦਾ ਲਈ ਜਾਂਦੇ ਹਨ, ਜਿਹੜੇ ਸ਼ਕਤੀਸ਼ਾਲੀ ਹਨ, ਜਿਹੜੇ ਤਕੜੇ ਹਨ। ਤੋ ਜਿਹੜੇ ਪਰਿਵਾਰ ਆਪ ਦੇ ਵਿੱਚ ਸ਼ਕਤੀਸ਼ਾਲੀ ਹਨ, ਇਹ ਤਾਂ ਸਾਰੇ ਵਰਗਾਂ ਦੇ ਵਿੱਚ ਜਿਹੜੀ ਹੈ, ਕੋਈ ਉੱਚਾ ਹੈ, ਕੋਈ ਨੀਵਾਂ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ। ਕੀ ਉੱਚ ਜਾਤੀ ਲੋਕਾਂ ਦੇ ਵਿੱਚ ਤੁਸੀਂ ਦੇਖਦੇ ਨਹੀਂ ਹੋ ਕਿ ਕਿਸੇ ਕੋਲ ਸੰਪਤੀ ਘੱਟ ਹੈ, ਕਿਸੇ ਕੋਲ ਵੱਧ ਹੈ, ਅਤੇ ਕਿਸੇ ਕੋਲ ਜ਼ਮੀਨ 5 ਕਿੱਲੇ ਹੈ, ਕਿਸੇ ਕੋਲ 10 ਕਿੱਲੇ ਹੈ, ਕਿਸੇ ਕੋਲ 50 ਕਿੱਲੇ ਹੈ। ਇਹ ਤਾਂ ਵਰਗ ਤੁਹਾਡੇ ਵਿੱਚ ਵੀ ਪੈਦਾ ਹੋ ਰਿਹਾ ਹੈ। ਸੋ ਇਹ ਜਿਹੜੀਆਂ ਗੱਲਾਂ ਹਨ, ਇਹ ਤੁਹਾਡੀ ਮਾਨਸਿਕਤਾ ਜਿਹੜੀ ਹੈ ਮੇਰੇ ਵੀਰਾਂ ਦੀ, ਇਹ ਜਿਹੜੀ ਮਾੜੀ ਮਾਨਸਿਕਤਾ ਹੈ, ਇਹ ਨਹੀਂ ਚਾਹੀਦੀ। ਆ ਜੋ ਦੇਸ਼ ਦੇ ਪ੍ਰਧਾਨ ਮੰਤਰੀ ਹਨ ਮੋਦੀ ਜੀ, ਜਿਨ੍ਹਾਂ ਦੇ ਆ ਸੰਸਦ ਦੇ ਵਿੱਚ ਅਲਫਾਜ਼ ਹਨ, ਸੰਸਦ ਦੇ ਵਿੱਚ ਬੋਲਿਆ ਗਿਆ ਹੈ, ਔਰ ਦੂਜੇ ਸਾਥੀਆਂ ਨੇ ਸ਼ੇਮ ਕਹਿ ਕੇ ਇਹਨਾਂ ਨੂੰ ਸ਼ਰਮਿੰਦਾ ਕੀਤਾ ਹੈ, ਪਰ ਬਿਲਕੁਲ ਨਹੀਂ ਇਸ ਗੱਲ ਦੀ ਸ਼ਰਮ ਮਹਿਸੂਸ ਕਰ ਰਹੇ ਕਿ ਮੈਂ ਇਹ ਕਿਹੜੀ ਗੱਲ ਕਰਨ ਜਾ ਰਿਹਾ ਹਾਂ। ਮੈਂ ਦੇਸ਼ ਦੇ ਸਾਰੇ ਵਾਸੀਆਂ ਦਾ, ਸਾਰੇ ਲੋਕਾਂ ਦਾ ਪ੍ਰਧਾਨ ਮੰਤਰੀ ਹਾਂ। ਸੋ ਇਹਦੇ ਵਿੱਚ ਇੱਕ ਸ਼ੈਤਾਨੀਅਤ ਹੁੰਦੀ ਹੈ ਕਿ ਇਹ ਗੱਲ ਛੱਡੋ ਅਤੇ ਅਪਰ ਵਰਗ ਨੂੰ ਖੁਸ਼ ਕਰੋ ਅਤੇ ਉਹਨਾਂ ਦੀਆਂ ਜਿਹੜੀਆਂ ਵੋਟਾਂ ਜਿਹੜੀਆਂ ਹੈ ਉਹ ਕੈਪਚਰ ਕਰੋ। ਸੋ ਇਹਨਾਂ ਦੀ ਜਿਹੜੀ ਢਿੱਡ ਪੀੜ ਹੈ, ਜਿਹੜੀ ਪਹਿਲਾਂ ਵੀ ਹੁੰਦੀ ਰਹੀ ਹੈ। ਫਿਰ ਇਹ ਵੀ ਕਹਿੰਦੇ ਆ ਵੀ ਸਾਡੇ ਜਿਹੜੇ ਬੱਚੇ ਆ ਉਹ ਸੜਕਾਂ 'ਤੇ ਕੰਮ ਕਰਨਗੇ। ਸੋ ਇਸ ਸੰਬੰਧ ਦੇ ਵਿੱਚ ਜਿਹੜੇ ਲੋਕ ਅੱਜ ਤਾਈਂ ਸੀਵਰੇਜਾਂ ਦੇ ਵਿੱਚ ਕੰਮ ਕਰਦੇ ਆ, ਜਿਹੜੇ ਲੋਕ ਭੰਗੀ ਦਾ ਕੰਮ ਕਰਦੇ ਰਹੇ ਵਿਚਾਰੇ, ਜਿਹੜੇ ਸਿਰਾਂ 'ਤੇ ਮੈਲਾ ਢੋਂਦੇ ਰਹੇ ਆ, ਜਿਹੜੇ ਜੁੱਤੀਆਂ ਗੰਢਦੇ ਰਹੇ ਆ, ਜਿਹੜੇ ਹੋਰ ਕੰਮ ਕਰਦੇ ਰਹੇ ਆ, ਉਹਨਾਂ ਦੀ ਤਰ੍ਹਾਂ ਤੁਸੀਂ ਵੀ ਕਰਕੇ ਦੇਖੋ ਤਾਂ ਫਿਰ ਪਤਾ ਲੱਗੇਗਾ ਕਿ ਯਾਰ ਇਹ ਗੱਲ ਬਹੁਤ ਮਾੜੀ ਹੈ। ਸਾਰੇ ਬਰਾਬਰ ਹੋਣੇ ਚਾਹੀਦੇ ਹਨ। ਅਸੀਂ ਵੀ ਗੰਦ ਉਠਾਈਏ, ਅਸੀਂ ਵੀ ਮੰਦੇ ਜਿਹੜੇ ਮਾੜੇ ਕੰਮ ਹਨ ਉਹ ਕਰਕੇ ਦੇਖੀਏ, ਫਿਰ ਪਤਾ ਲੱਗਦਾ ਹੈ ਵੀ ਗੱਲ ਕਿੱਥੇ ਖੜੀ ਹੈ। ਸੋ ਇਹ ਸਨ ਇਹਨਾਂ ਦੀ ਮਾਨਸਿਕਤਾ ਦੀਆਂ ਗੱਲਾਂ। ਸੋ ਮੈਂ ਥੋੜ੍ਹਾ ਜਿਹਾ ਰਿਜ਼ਰਵੇਸ਼ਨ ਦੇ ਸੰਬੰਧ ਵਿੱਚ ਆਪ ਜੀ ਨਾਲ ਵਿਚਾਰ ਕਰਾਂਗਾ ਕਿ ਰਿਜ਼ਰਵੇਸ਼ਨ ਕਦੋਂ ਸ਼ੁਰੂ ਹੋਈ। ਰਿਜ਼ਰਵੇਸ਼ਨ ਉਸ ਸਮੇਂ ਸ਼ੁਰੂ ਹੋਈ ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਅਤੇ ਅੰਗਰੇਜ਼ਾਂ ਨੇ ਰਿਜ਼ਰਵੇਸ਼ਨ ਨਹੀਂ ਦਿੱਤੀ ਸੀ। ਤਾਂ ਇਸ ਸੰਬੰਧ ਦੇ ਵਿੱਚ ਮੰਗ ਉੱਠੀ ਕਿ ਸਾਨੂੰ ਰਿਜ਼ਰਵੇਸ਼ਨ ਦਿੱਤੀ ਜਾਵੇ, ਸਾਨੂੰ ਵੀ ਨੌਕਰੀਆਂ 'ਚ ਰੱਖਿਆ ਜਾਵੇ। ਤਾਂ ਅੰਗਰੇਜ਼ ਇਹ ਗੱਲ ਕਹਿੰਦੇ ਸਨ ਕਿ ਹਿੰਦੁਸਤਾਨੀ ਜਿਹੜੇ ਹਨ ਉਹ ਮੈਰਿਟ ਦੇ ਆਧਾਰ 'ਤੇ ਅੰਗਰੇਜ਼ਾਂ ਦੇ ਬਰਾਬਰ ਨਹੀਂ ਹਨ, ਅੰਗਰੇਜ਼ਾਂ ਦੇ ਬਰਾਬਰ ਕਾਬਲ ਨਹੀਂ ਹਨ। ਪਰ ਇਸ ਸੰਬੰਧ ਦੇ ਵਿੱਚ ਜਿਹੜੀ ਹੈ ਉਹ ਮੰਗ ਉੱਠੀ। ਸੋ ਸਾਊਥ ਬਿਊਰੋ ਕਮੇਟੀ ਨੇ ਇਹ ਸਿਫਾਰਿਸ਼ ਕੀਤੀ ਕਿ ਇਹਨਾਂ ਨੂੰ ਵੀ ਨੌਕਰੀ ਦੇ ਵਿੱਚ ਹਿੱਸੇਦਾਰੀ ਦਿਓ। ਫਿਰ ਅੰਗਰੇਜ਼ਾਂ ਨੇ ਫਿਰਕੂ ਆਧਾਰ ਦੇ ਉੱਤੇ 11 ਪੋਸਟਾਂ ਹਰ ਸਾਲ ICS, PCS, IAS ਅਫਸਰ, IPS ਅਫਸਰਾਂ ਦੀਆਂ ਜਿਹੜੀਆਂ ਆ ਫਿਰਕੂ ਆਧਾਰ 'ਤੇ ਦਲਿਤ ਸ਼ੋਸ਼ਣ ਪਛੜਿਆਂ ਨੂੰ ਦੇਣੀਆਂ ਸ਼ੁਰੂ ਕੀਤੀਆਂ। ਅਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ 11 ਦੇ ਵਿੱਚ 4 ਜਿਹੜੀਆਂ ਪੋਸਟਾਂ, ਜਿਹੜੀਆਂ 4 ਸੀਟਾਂ ਜਿਹੜੀਆਂ ਉਹ ਹਿੰਦੂਆਂ ਨੂੰ ਦਿੱਤੀਆਂ ਗਈਆਂ, 4 ਮੁਸਲਮਾਨਾਂ ਨੂੰ ਦਿੱਤੀਆਂ ਗਈਆਂ, 2 ਸਿੱਖਾਂ ਨੂੰ ਦਿੱਤੀਆਂ ਗਈਆਂ, 1 ਐਂਗਲੋ ਇੰਡੀਅਨ ਨੂੰ ਦਿੱਤੀ ਗਈ। 11 ਪੋਸਟਾਂ ਉਹਦੇ ਵਿੱਚ ਫਿਰ ਅਨੁਸੂਚਿਤ ਜਾਤੀ ਦਾ ਕੋਈ ਨਾਂ ਥੇ ਨਹੀਂ। ਸੋ ਇਸ ਸੰਬੰਧ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਨੇ ਫਿਰ ਇਹ ਲੜਾਈ ਲੜੀ, ਅੰਗਰੇਜ਼ਾਂ ਨੂੰ ਤੰਗ ਕੀਤਾ, ਅੰਗਰੇਜ਼ਾਂ ਨੂੰ ਕਿਹਾ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ ਤੁਹਾਡੀ ਸਰਕਾਰ ਦੇ ਹੁੰਦਿਆਂ ਹੋਇਆਂ, ਤੁਹਾਡੇ ਰਾਜ ਦੇ ਹੁੰਦਿਆਂ ਹੋਇਆਂ। ਸੋ ਫਿਰ ਬਾਬਾ ਸਾਹਿਬ ਅੰਬੇਡਕਰ ਨੇ ਅੰਗਰੇਜ਼ਾਂ ਨੂੰ ਜਦੋਂ ਪਰੇਸ਼ਾਨ ਕੀਤਾ, ਉਹਨਾਂ ਦਾ ਵਿਰੋਧ ਕੀਤਾ, ਫਿਰ ਅੰਗਰੇਜ਼ਾਂ ਨੇ ਮਤਲਬ 3 ਜਿਹੜੀਆਂ ਗੋਲਮੇਜ਼ ਕਾਨਫਰੰਸਾਂ ਲੰਡਨ ਦੇ ਵਿੱਚ ਕੀਤੀਆਂ। ਉਹਦੇ ਵਿੱਚ ਸਾਰੀਆਂ ਧਿਰਾਂ ਦੇ ਨੁਮਾਇੰਦੇ ਜਿਹੜੇ ਆ ਉੱਥੇ ਪਹੁੰਚੇ, ਅਤੇ ਬਾਬਾ ਸਾਹਿਬ ਅੰਬੇਡਕਰ ਜੀ ਪਹੁੰਚੇ, ਮਹਾਤਮਾ ਗਾਂਧੀ ਜੀ ਪਹੁੰਚੇ, ਜਿਨਾਹ ਜੀ ਪਹੁੰਚੇ, ਹੋਰ ਸਿੱਖਾਂ ਦੀਆਂ ਜਥੇਬੰਦੀਆਂ, ਹੋਰ ਮੁਸਲਮਾਨ ਦੇ ਜਿਹੜੇ ਨੁਮਾਇੰਦੇ ਉਹ ਪਹੁੰਚੇ। ਅਤੇ ਪਹੁੰਚਣ ਤੋਂ ਬਾਅਦ ਉੱਥੇ ਡਿਸਕਸ਼ਨ ਹੋਈ ਔਰ ਬਾਬਾ ਸਾਹਿਬ ਅੰਬੇਡਕਰ ਜੀ ਨੇ ਮਹਾਤਮਾ ਗਾਂਧੀ ਜੀ ਨੂੰ ਆਪਣੀਆਂ ਦਲੀਲਾਂ ਦੇ ਨਾਲ ਹਰਾਇਆ।
ਔਰ ਬਾਬਾ ਸਾਹਿਬ ਅੰਬੇਡਕਰ ਦੀਆਂ ਦਲੀਲਾਂ ਸੁਣ ਕੇ ਅੰਗਰੇਜ਼ਾਂ ਨੇ ਇੱਕ ਤਰਫਾ ਫੈਸਲਾ ਕਰਤਾ, ਫਿਰਕੂ ਫੈਸਲਾ ਕਰ ਦਿੱਤਾ। ਉਹਦੇ ਆਧਾਰ ਦੇ ਉੱਤੇ ਸਾਨੂੰ ਰਿਜ਼ਰਵ ਚੋਣ ਖੇਤਰ ਮਿਲੇ, ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਮਿਲੀ, ਜ਼ਮੀਨਾਂ ਜਾਇਦਾਦਾਂ ਖਰੀਦਣ ਦਾ ਅਧਿਕਾਰ ਮਿਲਿਆ, ਪੜ੍ਹਨ ਦਾ ਅਧਿਕਾਰ ਮਿਲਿਆ। ਇਹ ਅਧਿਕਾਰ ਫਿਰ ਇਹ ਸਾਨੂੰ ਮਿਲੇ, ਉਹ ਵੀ ਤਾਂ ਕਿਉਂਕਿ ਮਹਾਤਮਾ ਗਾਂਧੀ ਨੇ ਜਰਬਦਾ ਜੇਲ੍ਹ ਦੇ ਵਿੱਚ ਜਦੋਂ ਉਹਨੂੰ ਅਰੈਸਟ ਕਰ ਲਿਆ ਕਿ ਕਿਉਂਕਿ ਮਹਾਤਮਾ ਗਾਂਧੀ ਜੀ ਨੇ ਵਿਰੋਧ ਕੀਤਾ ਕਿ ਮੈਂ ਜਿਹੜਾ ਤੁਸੀਂ ਫੈਸਲਾ ਕੀਤਾ ਹੈ ਅੰਗਰੇਜ਼ੋ, ਮੈਂ ਇਸ ਫੈਸਲੇ ਨੂੰ ਨਹੀਂ ਮੰਨਦਾ, ਮੈਂ ਮਤਲਬ ਭੁੱਖ ਹੜਤਾਲ ਕਰਕੇ ਮਰ ਜਾਵਾਂਗਾ। ਤਾਂ ਅੰਗਰੇਜ਼ਾਂ ਨੇ ਹੁਕਮ ਕੀਤਾ, ਇਹਨੂੰ ਅੰਦਰ ਬੰਦ ਕੀਤਾ ਜਰਬਦਾ ਜੇਲ੍ਹ ਦੇ ਵਿੱਚ। ਫਿਰ ਇਹਨੇ ਭੁੱਖ ਹੜਤਾਲ ਕਰ ਲਈ, ਮਹਾਤਮਾ ਗਾਂਧੀ ਜੀ ਨੇ ਭੁੱਖ ਹੜਤਾਲ ਰੱਖ ਲਈ। ਫਿਰ ਅੰਤ ਨੂੰ ਇਹਨਾਂ ਦੀ ਜਾਨ ਬਚਾਉਣ ਦੇ ਲਈ ਮਹਾਤਮਾ ਗਾਂਧੀ ਜਿੰਦਾ ਰਹੇ, ਬਚ ਜਾਵੇ, ਅਤੇ ਇਹਦੀ ਔਰਤ ਦੇ ਤਰਲੇ ਨਹੀਂ ਦੇਖ ਹੁੰਦੇ ਸਨ। ਇਹਨਾਂ ਨੇ ਇਹ ਧਮਕੀ ਵੀ ਦਿੱਤੀ ਸੀ ਕਿ ਜੇਕਰ ਗਾਂਧੀ ਜੀ ਮਰ ਜਾਂਦੇ ਹਨ ਭੁੱਖ ਹੜਤਾਲ 'ਤੇ ਰਹਿੰਦਿਆਂ ਹੋਇਆਂ ਤਾਂ ਤੁਹਾਡੀ ਕੌਮ ਨੂੰ ਛੱਡਿਆ ਨਹੀਂ ਜਾਏਗਾ, ਤੁਹਾਡੀ ਕੌਮ ਵੀ ਮਾਰੀ ਜਾਏਗੀ। ਸੋ ਬਾਬਾ ਸਾਹਿਬ ਨੂੰ ਅੰਤਮ ਫੈਸਲਾ ਫਿਰ ਲੈਣਾ ਪਿਆ, ਇਹਨਾਂ ਨਾਲ ਸਮਝੌਤਾ ਕਰਨਾ ਪਿਆ, ਬਹੁਤ ਸਾਰੀਆਂ ਮੰਗਾਂ ਨੂੰ ਛੱਡਣਾ ਪਿਆ, ਜਿਵੇਂ ਕਿ ਦੋਹਰੀ ਵੋਟ ਦੇ ਅਧਿਕਾਰ ਨੂੰ ਛੱਡਣਾ ਪਿਆ। ਸੋ ਇਸ ਤਰ੍ਹਾਂ ਜਿਹੜਾ ਫਿਰ ਬਾਬਾ ਸਾਹਿਬ ਨੇ ਇਹ ਜਿਹੜੇ ਮਤਲਬ ਹੱਕ ਹਕੂਕ ਜਿਹੜੇ ਆ ਉਹ ਅੰਗਰੇਜ਼ਾਂ ਤੋਂ ਲੈ ਕੇ ਦਿੱਤੇ, ਜਿਨ੍ਹਾਂ ਨੂੰ 1935 ਦੇ ਐਕਟ ਦੇ ਵਿੱਚ ਸ਼ਾਮਲ ਕੀਤਾ ਅਤੇ ਸਾਨੂੰ ਜਿਹੜੇ ਇਹ ਅਧਿਕਾਰ ਮਿਲੇ। ਉਸ ਤੋਂ ਬਾਅਦ ਬਾਬਾ ਸਾਹਿਬ ਅੰਬੇਡਕਰ ਨੇ 1950 ਵਿੱਚ ਸੰਵਿਧਾਨ ਲਾਗੂ ਕਰਕੇ, ਸੰਵਿਧਾਨ ਲਿਖ ਕੇ ਉਹਦੇ ਵਿੱਚ ਇਹ ਸਾਰੇ ਹੱਕ ਹਕੂਕ ਦਰਜ ਕੀਤੇ ਅਤੇ ਉਹਨਾਂ ਹੱਕਾਂ ਹਕੂਕਾਂ ਦਾ ਅਸੀਂ ਆਨੰਦ ਮਾਣਦੇ ਹਾਂ। ਸੋ ਰਿਜ਼ਰਵੇਸ਼ਨ ਇਸ ਤਰ੍ਹਾਂ ਸਾਨੂੰ ਮਿਲੀ ਹੈ। ਰਿਜ਼ਰਵੇਸ਼ਨ ਅੰਗਰੇਜ਼ਾਂ ਨੇ ਸਾਨੂੰ ਇਸ ਢੰਗ ਦੇ ਨਾਲ ਦਿੱਤੀ ਹੈ। ਉਸ ਤੋਂ ਬਾਅਦ ਰਿਜ਼ਰਵੇਸ਼ਨ ਕਿਉਂ ਜ਼ਰੂਰੀ ਹੈ? ਰਿਜ਼ਰਵੇਸ਼ਨ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਰੇ ਵਰਗਾਂ ਨੂੰ ਆਪਣਾ ਜੀਵਨ ਨਿਰਵਾਹ ਕਰਨ ਦੇ ਲਈ ਲੋੜੀਂਦੇ ਮੌਕੇ ਅਤੇ ਨੌਕਰੀਆਂ ਦੇ ਵਿੱਚ ਹਿੱਸੇਦਾਰੀ ਮਿਲਣੀ ਚਾਹੀਦੀ ਹੈ, ਔਰ ਰਿਜ਼ਰਵੇਸ਼ਨ ਇੱਕ ਸਾਧਨ ਹੈ। ਇਸੇ ਤਰ੍ਹਾਂ ਸਮਾਜਿਕ ਨਿਆਂ ਲਈ ਰਿਜ਼ਰਵੇਸ਼ਨ ਇੱਕ ਸਾਧਨ ਹੈ। ਇਸੇ ਤਰ੍ਹਾਂ ਕਿ ਦਲਿਤ ਸ਼ੋਸ਼ਣ ਦਾ ਆਤਮ ਸਨਮਾਨ ਕਰਨ ਦੇ ਲਈ, ਤਾਂ ਕਿ ਉਹ ਆਪਣੀ ਯੋਗਤਾ ਦਾ ਪਰੀਖਣ ਕਰ ਸਕਣ, ਉਹਦੇ ਲਈ ਰਿਜ਼ਰਵੇਸ਼ਨ ਜਿਹੜੀ ਹੈ ਉਹ ਵੀ ਕਾਰਗਰ ਸਿੱਧ ਹੋਈ ਹੈ। ਇਸੇ ਤਰ੍ਹਾਂ ਜਿਹੜਾ ਸਿੱਖਿਆ ਦੇ ਵਿੱਚ ਜਾਂ ਪ੍ਰਸ਼ਾਸਨ ਦੇ ਵਿੱਚ ਕੁਸ਼ਲਤਾ ਦੇ ਲਈ ਚੰਗਾ ਕੰਮਕਾਰ ਕੀਤਾ ਜਾ ਸਕੇ ਅਤੇ ਉਹਦੇ ਲਈ ਵੀ ਜਿਹੜੀ ਹੈ ਰਿਜ਼ਰਵੇਸ਼ਨ ਕਾਰਗਰ ਸਿੱਧ ਹੋਈ ਹੈ। ਕਿਉਂਕਿ ਜਿੱਦਾਂ ਮੋਦੀ ਜੀ ਕਹਿ ਰਹੇ ਹਨ ਕਿ ਰਾਜ ਪ੍ਰਬੰਧ ਦੇ ਵਿੱਚ ਜਿਹੜਾ ਇਹਨਾਂ ਨੇ ਆਖਰ ਦੇ ਵਿੱਚ ਗੱਲ ਕਹੀ ਹੈ ਵੀ ਜੇਕਰ SC ST OBC ਨੂੰ ਜਿਹੜਾ ਉਹ ਰਿਜ਼ਰਵੇਸ਼ਨ ਦਿੱਤੀ ਜਾਵੇਗੀ, ਆਰਕਸ਼ਣ ਦਿੱਤਾ ਜਾਵੇਗਾ, ਤਾਂ ਸਰਕਾਰੀ ਕੰਮ ਕਾਜ ਦਾ ਸਤਰ ਗਿਰ ਜਾਵੇਗਾ, ਇਹ ਮਾਨਸਿਕਤਾ। ਸੋ ਸਰਕਾਰੀ ਜਿਹੜਾ ਕੰਮ ਕਾਜ ਹੈ ਉਹਦੇ ਵਿੱਚ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਚਲਾਉਣ ਦੇ ਲਈ ਇਹ ਆਰਕਸ਼ਣ ਦੇ ਨਾਲ ਸਰਕਾਰੀ ਸਤਰ ਨਹੀਂ ਗਿਰੇਗਾ, ਪੱਧਰ ਨਹੀਂ ਗਿਰੇਗਾ, ਸਗੋਂ ਇਸ ਦਾ ਲੈਵਲ ਜਿਹੜਾ ਹੈ ਉੱਚਾ ਹੋਵੇਗਾ। ਅਤੇ ਜਦੋਂ ਸਾਡੀ ਸਰਕਾਰ ਯੂਪੀ ਦੇ ਵਿੱਚ ਬਣੀ, ਬਹੁਜਨ ਸਮਾਜ ਪਾਰਟੀ ਦੀ ਸਰਕਾਰ ਜਦੋਂ ਯੂਪੀ ਦੇ ਵਿੱਚ ਬਣੀ, ਤਾਂ ਉੱਥੇ ਜਦੋਂ IAS ਅਫਸਰ PCS ਅਫਸਰ ਜਿਹੜੇ ਅਨੁਸੂਚਿਤ ਜਾਤੀਆਂ ਦੇ ਲਗਾਏ ਗਏ ਕੰਮਕਾਜ ਦੇ ਲਈ, ਉਹਨਾਂ ਨੇ ਬਹੁਤ ਵੱਡੀ ਆਪਣੀ ਪ੍ਰੋਗਰੈਸ ਦਿੱਤੀ। ਔਰ ਯੂਪੀ ਸਟੇਟ ਦੇ ਵਿੱਚ 2007 ਤੋਂ ਲੈ ਕੇ 2012 ਤੱਕ ਦੀ ਸਰਕਾਰ ਜਿਹੜੀ ਸਾਡੀ 5 ਸਾਲ ਦੀ ਜਿਹੜੀ ਸਰਕਾਰ ਹੈ, ਉਹਦਾ ਤੁਸੀਂ ਨਿਰੀਖਣ ਕਰਕੇ ਦੇਖੋ ਕਿ ਯੂਪੀ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਜਦੋਂ ਅਸੀਂ ਆਪਣੇ IAS ਅਧਿਕਾਰੀ ਲਾਏ, ਜਦੋਂ ਅਸੀਂ PCS ਅਧਿਕਾਰੀ ਲਾਏ, ਤਾਂ ਯੂਪੀ ਸਟੇਟ ਦਾ ਜਿਹੜਾ ਹਰ ਖੇਤਰ ਦੇ ਵਿੱਚ ਜਿਹੜਾ ਆ ਉਹ ਜਿਹੜਾ ਹੈ ਪੱਧਰ ਉੱਚਾ ਹੋਇਆ ਹੈ। ਜਿਹੜਾ ਕਿ ਇਹ ਮੋਦੀ ਜੀ ਜੋ ਬਿਆਨ ਕਰ ਰਹੇ ਹਨ
ਕਿ ਜੇ ਇਹਨਾਂ ਲੋਕਾਂ ਨੂੰ ਰਿਜ਼ਰਵੇਸ਼ਨ ਦੇ ਦਿੱਤੀ ਜਾਵੇ, ਇਹਨਾਂ ਨੂੰ ਨੌਕਰੀਆਂ ਵਿੱਚ ਲੈ ਲਿਆ ਜਾਵੇ ਤਾਂ ਸਰਕਾਰ ਦਾ ਕੰਮਕਾਜ ਜਿਹੜਾ ਆ ਉਹ ਨਹੀਂ ਚੱਲ ਸਕਦਾ। ਇਹ ਮਾਨਸਿਕਤਾ ਇਹਨਾਂ ਦੀ ਪੜ੍ਹਨੀ ਚਾਹੀਦੀ ਹੈ। ਇਸ ਕਰਕੇ ਇਹ ਕਿਉਂ ਕਹਿ ਰਹੇ ਹਨ? ਇਹ ਇਸ ਕਰਕੇ ਕਹਿ ਰਹੇ ਹਨ ਕਿ ਇਹਨਾਂ ਕੋਲ ਸੱਤਾ ਹੈ ਅਤੇ ਸੱਤਾ 'ਤੇ ਅਸੀਂ ਬਿਠਾਲਦੇ ਹਾਂ, ਤੁਸੀਂ ਬਿਠਾਲਦੇ ਹੋ, ਸਾਰੇ ਲੋਕ ਬਿਠਾਲਦੇ ਆ। ਸੱਤਾ 'ਤੇ ਬਿਠਾਲਣ ਤੋਂ ਬਾਅਦ ਇਹ ਜਿਹੜੀ ਗੱਲਬਾਤ ਹੈ ਇਹ ਸਾਡੇ ਨਾਲ ਕੀਤੀ ਜਾਂਦੀ ਹੈ। ਮਾਨਸਿਕ ਤੌਰ 'ਤੇ ਇਹ ਬੇਈਮਾਨੀ ਜਿਹੜੀ ਦਿਮਾਗ ਦੇ ਵਿੱਚ ਰੱਖੀ ਜਾਂਦੀ ਹੈ ਕਿ ਇਹਨਾਂ ਨੂੰ ਪਛੜੇ ਹੀ ਰਹਿਣ ਦੇਣਾ ਹੈ, ਇਹਨਾਂ ਨੂੰ ਦਲਿਤ ਹੀ ਰਹਿਣ ਦੇਣਾ ਹੈ, ਇਹਨਾਂ ਨੂੰ ਮਤਲਬ ਕਿਸੇ ਕਿਸਮ ਦਾ ਜਿਹੜਾ ਇਹਨਾਂ ਦਾ ਸਿਰ ਉੱਪਰ ਉੱਚਾ ਨਹੀਂ ਉੱਠਣਾ ਚਾਹੀਦਾ, ਇਹਨਾਂ ਦੀ ਉੱਨਤੀ ਜਾਂ ਤਰੱਕੀ ਨਹੀਂ ਹੋਣੀ ਚਾਹੀਦੀ। ਸੋ ਇਹ ਇਹਨਾਂ ਦੀ ਮਾਨਸਿਕਤਾ ਹੈ। ਇਸ ਲਈ ਕਿਰਪਾ ਕਰਕੇ ਮੈਂ ਆਪਣੇ ਸਮਾਜ ਦੇ ਸਾਰੇ ਸਾਥੀਆਂ ਨੂੰ ਦਲਿਤ ਸ਼ੋਸ਼ਿਤ ਗਰੀਬ ਅਤੇ ਪਛੜੇ ਨੂੰ ਇਹ ਬੇਨਤੀ ਕਰਾਂਗਾ ਕਿ 2024 ਦੀਆਂ ਸੰਸਦੀ ਚੋਣਾਂ ਦੇ ਵਿੱਚ ਮੋਦੀ ਪ੍ਰਧਾਨ ਮੰਤਰੀ ਨਹੀਂ ਹੋਣਾ ਚਾਹੀਦਾ ਅਤੇ ਭਾਜਪਾ ਸਰਕਾਰ ਜਿਹੜੀ ਹੈ ਮੁੜ ਕੇ ਦੁਬਾਰਾ ਚੁਣ ਕੇ ਨਹੀਂ ਆਉਣੀ ਚਾਹੀਦੀ। ਇੰਨੀਆਂ ਗੱਲਾਂ ਕਰਦਾ ਹੋਇਆ ਜੈ ਭੀਮ, ਜੈ ਭਾਰਤ ਜੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ ਅਤੇ ਜਿਹੜਾ ਮੇਰਾ ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰੋ ਜੀ। ਥੈਂਕ ਯੂ, ਧੰਨਵਾਦ।